ਸਤਿ ਸ਼੍ਰੀ ਅਕਾਲ ਦਾ ਪੰਜਾਬ ਟਾਕ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਦੇ ਨਾਲ ਮੈਂ ਕਮਲਜੀਤ ਸਿੱਧੂ ਹਾਜ਼ਰ ਹਾਂ। ਖਬਰਾਂ ਜਿਨ੍ਹਾਂ ਤੇ ਗੱਲ ਕਰਾਂਗੇ ਉਹਨਾਂ ਵਿੱਚ ਸਭ ਤੋਂ ਪਹਿਲੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਹੋਰ ਮੋਰਚੇ ਦੀ ਤਿਆਰੀ ਹੈ ਤੇ ਦੋ ਸਿੱਖ ਵਕੀਲਾਂ ਨੂੰ ਜੱਜ ਨਾ ਬਣਾਉਣ ਦਾ ਮੁੱਦਾ ਅੱਜ ਕੱਲ੍ਹ ਕਾਫੀ ਭਖਿਆ ਹੋਇਆ ਆ। ਤਾਂ ਸਿੱਖਾਂ ਨੂੰ ਇਹ ਗੱਲ ਜਿਹੜੀ ਆ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਆ, ਕਿਉਂਕਿ ਸਿੱਖ ਜਥੇਬੰਦੀਆਂ ਦੇ ਵਿੱਚ ਵਿਰੋਧ ਪਾਇਆ ਜਾ ਰਿਹਾ। ਤਾਂ ਰੇਤ ਖਨਨ ਬਹੁਤ ਹੋ ਰਹੀ ਆ, ਬਹੁਤ ਜਗ੍ਹਾ ਤੋਂ ਰੇਤ ਮਾਫੀਆ ਇਹ ਕੰਮ ਕਰ ਰਿਹਾ ਆ। ਇਸ ਦੇ ਨਾਲ ਪੰਜਾਬ ਨੂੰ ਔਰ ਪੰਜਾਬ ਦੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ। ਇਸ 'ਤੇ ਗੱਲ ਕਰਾਂਗੇ ਵਿਸਥਾਰ ਸਹਿਤ। ਤਾਂ ਜਿਹੜੇ ਕਿਸਾਨ ਪਰਾਲੀ ਸਾੜਦੇ ਆ ਉਹਨਾਂ ਨੂੰ MSP ਦਾ ਲਾਭ ਨਾ ਦਿਓ, ਸੁਪਰੀਮ ਕੋਰਟ ਨੇ ਸਖਤ ਆਰਡਰ ਕਰ ਦਿੱਤੇ ਆ। ਤਾਂ ਪਹਿਲੀ ਖਬਰ ਵੱਲ ਆਉਂਦੇ ਆ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਹੁਣ ਇੱਕ ਹੋਰ ਮੋਰਚਾ ਚੰਡੀਗੜ੍ਹ ਵਿੱਚ ਲਾਉਣ ਦੀ ਤਿਆਰੀ ਵਿੱਚ। ਚੰਡੀਗੜ੍ਹ ਕੀ ਬਲਕਿ ਇਹ ਐਲਾਨ ਹੋਇਆ ਹੈ ਕਿ ਦੇਸ਼ ਦੀਆਂ ਜਿੰਨੀਆਂ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਉੱਥੇ ਕਿਸਾਨਾਂ ਦੇ ਵੱਲੋਂ ਧਰਨੇ ਦਿੱਤੇ ਜਾਣਗੇ, ਕਿਉਂਕਿ ਵਾਅਦਾ ਜੋ ਕੀਤਾ ਸੀ ਕੇਂਦਰੀ ਹਕੂਮਤ ਨੇ, ਭਾਜਪਾਈ ਹਕੂਮਤ ਨੇ, ਮੋਦੀ ਹਕੂਮਤ ਨੇ ਉਹ ਵਫਾ ਨਹੀਂ ਕੀਤਾ ਔਰ MSP ਸਮੇਤ ਜਿਹੜੀਆਂ ਹੋਰ ਗਰੰਟੀਆਂ ਸੀ ਉਹ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ। ਫਲਸਰੂਪ ਕਿਸਾਨ ਜਾਣ ਤਾਂ ਜਾਣ ਕਿੱਥੇ। ਇੱਥੇ ਤਾਂ ਅਮੀਰਾਂ ਧਨਾਡਾਂ ਕਾਰਪੋਰੇਟਾਂ ਨੂੰ ਇਹ ਹਕੂਮਤ ਜਿਹੜੀ ਆ ਉਹਨਾਂ ਦੀ ਪਿੱਠ ਥਾਪੜ ਰਹੀ ਆ, ਪਰ ਕਿਸਾਨ ਅੰਨਦਾਤਾ ਇਸ ਦੇਸ਼ ਦੀਆਂ ਸੜਕਾਂ ਦੇ ਉੱਤੇ ਰੁਲ ਰਿਹਾ। ਬਸ਼ਰਤੇ ਪੰਜਾਬ ਦੇ ਵਿੱਚੋਂ ਇਹ ਬਿਗਲ ਕਦੇ ਪਹਿਲਾਂ ਵੀ ਵੱਜਿਆ ਸੀਗਾ। ਪਗੜੀ ਸੰਭਾਲ ਜੱਟਾ ਲਹਿਰ ਦਾ ਅੰਗਰੇਜ਼ਾਂ ਦੇ ਸਮੇਂ 'ਤੇ ਉਦੋਂ ਵੀ ਜੰਗ ਜਿੱਤੀ ਸੀ, ਪਰ ਇਹ ਬਿਗਲ ਫਿਰ ਵੱਜਿਆ ਜਦੋਂ ਕਿਸਾਨ ਮੋਰਚਾ ਲੱਗਿਆ। ਪਰ ਹੁਣ ਉਸ ਦੇ ਬਾਵਜੂਦ ਵਾਅਦੇ ਵਫਾ ਇੱਕ ਵੱਡੇ ਆਗੂ ਨੇ ਦੇਸ਼ ਦੇ ਨੇ ਕੀਤੇ ਹੋਣ ਤੇ ਉਹਨਾਂ ਦੀ ਅੱਖ ਦੇ ਵਿੱਚ ਕੋਈ ਇਹ ਗੱਲ ਵੀ ਨਾ ਰੜਕੇ ਕਿ ਕੋਈ ਅਸੀਂ ਵਾਅਦਾ ਕੀਤਾ ਸੀਗਾ, ਯਾਨੀ ਕਹਿ ਸਕਦੇ ਹਾਂ ਕਿ ਕੋਈ ਕੰਨਾਂ 'ਤੇ ਉਹਨਾਂ ਦੇ ਜੂੰ ਨਹੀਂ ਸਰਕੇਗੀ ਔਰ ਵਾਅਦਿਆਂ ਦੇ ਪੱਖੋਂ ਹੀ ਉਹ ਬੇਈਮਾਨ ਹੋ ਗਏ। ਜਦੋਂ ਬੇਈਮਾਨ ਹੋ ਜਾਵੇ ਕੋਈ ਤਾਂ ਫਿਰ ਜ਼ਾਹਿਰ ਹੈ ਆਪਣੇ ਹੱਕ ਲਾਉਣ ਵਾਸਤੇ ਮੋਰਚੇ ਲਾਉਣੇ ਪੈਂਦੇ ਆ। ਕਿਸਾਨ ਯੂਨੀਅਨ ਕਿਸਾਨ ਜਥੇਬੰਦੀਆਂ ਹੁਣ ਫਿਰ ਇੱਕ ਮੋਰਚਾ ਜਿਹੜਾ ਆ ਉਹ ਦੁਬਾਰਾ ਲਾਉਣ ਦੀ ਤਿਆਰੀ ਦੇ ਵਿੱਚ। ਤਾਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਦੀ ਮੈਂ ਗੱਲ ਕਰ ਰਿਹਾ ਸੀ, ਖੇਤੀ ਕਾਨੂੰਨ ਵਿਰੁੱਧ ਦਿੱਲੀ ਵਿੱਚ ਲਾਏ ਲੰਮੇ ਸੰਘਰਸ਼ ਦੀ ਤਰਜ਼ 'ਤੇ ਹੀ ਹੁਣ ਚੰਡੀਗੜ੍ਹ ਵਿੱਚ ਵੀ ਮੋਰਚੇ ਦੀ ਜਿਹੜੀ ਤਿਆਰੀ ਆ ਉਹ ਖਿੱਚ ਲਈ ਆ। ਜਥੇਬੰਦੀਆਂ ਨੇ ਮੀਟਿੰਗ ਜੋ ਬੀਤੇ ਕੱਲ੍ਹ ਕੀਤੀ ਸੀ ਉਹਦੇ ਵਿੱਚ 26 ਤੋਂ 28 ਨਵੰਬਰ ਤੱਕ ਰਾਜਧਾਨੀ ਵਿੱਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਰੂਪ ਰੇਖਾ ਐਲਾਨ ਦਿੱਤੀ ਗਈ ਹੈ। ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਬੂਟਾ ਸਿੰਘ ਬੁਰਜ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ, ਮੀਡੀਆ ਨੂੰ ਦੱਸਿਆ ਕਿ ਕਿਸਾਨ ਜਿਹੜੇ ਨੇ ਉਹ ਆਇਸ਼ਰ ਚੌਂਕ ਤੋਂ ਟ੍ਰਿਬਿਊਨ ਚੌਂਕ ਵਾਲੀ ਸੜਕ 'ਤੇ ਆਉਣਗੇ। ਕਿਸਾਨਾਂ ਵੱਲੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਤੋਂ ਟਰੈਕਟਰ ਟਰਾਲੀਆਂ ਰਾਹੀਂ ਕਿਸਾਨ 25 ਨਵੰਬਰ ਨੂੰ ਹੀ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਹਾਲਾਂਕਿ ਪੰਜਾਬ ਸਰਕਾਰ ਨੇ ਵੀ ਜਿਹੜੀ ਕੋਈ ਗੱਲ ਕਿਸਾਨਾਂ ਦੀ ਉਹ ਹੱਕੀ ਮੰਗਾਂ ਜਿਹੜੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ। ਜਦੋਂ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨੇ ਨਾ ਲਾਉਣ ਦੀ ਸਲਾਹ ਦਿੱਤੀ ਸੀ, ਸੜਕਾਂ ਨਾ ਰੋਕਣ ਦੀ ਸਲਾਹ ਦਿੱਤੀ ਸੀ, ਜਿਸ ਦਾ ਕਿਸਾਨਾਂ ਦੇ ਵੱਲੋਂ ਇਸ ਗੱਲ ਨੂੰ ਬੁਰਾ ਮਨਾਇਆ ਗਿਆ ਆ। ਤਾਂ ਹੁਣ ਇਸ ਮਾਮਲੇ ਤੋਂ ਬਾਅਦ ਜਿਸ ਤਰੀਕੇ ਨਾਲ ਕੇਂਦਰੀ ਹਕੂਮਤ ਨੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਆ ਉਸ ਨੂੰ ਲੈ ਕੇ ਜੋ ਆ 25 ਨਵੰਬਰ ਨੂੰ ਹੀ ਚੰਡੀਗੜ੍ਹ ਵੱਲ ਕਿਸਾਨ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਵੇਲੇ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ। ਇਸ ਲਈ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇਹ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੋਂ ਮੰਗ ਕਰੇਗਾ ਕਿ ਸਾਰੀਆਂ ਫਸਲਾਂ ਲਈ MSP ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਖਰੀਦ ਦੀ ਗਰੰਟੀ, ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਰੱਦ ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਦਿੱਲੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਬਣਾਏ ਕੇਸ ਰੱਦ ਕਰਨ, ਬਿਜਲੀ ਸੋਧ ਬਿੱਲ ਨੂੰ ਚੋਰ ਮੋਹਰੀਆਂ ਰਾਹੀਂ ਲਾਗੂ ਕਰਨਾ ਬੰਦ ਕਰਨ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ 10,000 ਰੁਪਏ ਮਹੀਨਾ ਪੈਨਸ਼ਨ ਦੇਣ ਤੇ ਨਿਊਜ਼ ਕਲਿੱਕ ਖਿਲਾਫ ਦਰਜ FIR ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਇੱਥੇ ਜਿੱਥੇ MSP ਦੀ ਗੱਲ ਆਉਂਦੀ ਹੈ, ਜਿੱਥੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਆ, ਉੱਥੇ ਹੀ ਗੱਲ ਆਉਂਦੀ ਹੈ ਕਿ ਲਖੀਮਪੁਰ ਖੀਰੀ ਵਾਲਾ ਜਿਹੜਾ ਕਾਂਡ ਸੀਗਾ ਉਸ ਦੇ ਜਿਹੜੇ ਦੋਸ਼ੀ ਆ ਟੈਣੀ ਜਿਹੜਾ ਮੰਤਰੀ ਆ ਭਾਜਪਾ ਵਜ਼ਾਰਤ ਵਿੱਚ, ਉਹਨੂੰ ਵੱਡਾ ਅਹੁਦਾ ਦੇ ਕੇ ਹਜੇ ਤੱਕ ਨਵਾਜਿਆ ਗਿਆ ਆ ਤੇ ਉਹਦੇ ਮੁੰਡੇ ਨੂੰ ਵੀ ਰਾਹਤ ਜ਼ਮਾਨਤ ਦੇ ਕੇ ਦਿੱਤੀ ਗਈ ਆ। ਇਸ ਦਿਨ ਨੂੰ ਜਿਹੜੇ
ਨੌਜਵਾਨਾਂ ਨੂੰ ਗੱਡੀ ਥੱਲੇ ਦਰੜ ਕੇ ਕਿਸਾਨਾਂ ਨੂੰ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਉਹਨਾਂ ਨੂੰ ਕਤਲ ਕੀਤਾ ਗਿਆ ਸੀਗਾ। ਕਤਲ ਦੇ ਇਹ ਦੋਸ਼ੀ ਜਿਹੜੇ ਆ ਇਹਨਾਂ ਨੂੰ ਕੋਈ ਸਖਤ ਸਜ਼ਾਵਾਂ ਨਹੀਂ ਹੋਈਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਬਹੁਤ ਦੁਖਦਾਇਕ ਇਹ ਸਥਿਤੀ ਜਦੋਂ ਬੀਤਦੀ ਆ, ਜਦੋਂ ਇਹੋ ਜਿਹਿਆਂ ਨੂੰ ਹਰਲ ਕਰਦਿਆਂ ਫਿਰਦਿਆਂ ਵੇਖਦੇ ਨੇ। ਤਾਂ ਦੂਜੇ ਪਾਸੇ ਜੇ ਹੋਰ ਗੱਲ ਕੀਤੀ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਵਿਦੇਸ਼ਾਂ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਕਿਸਾਨ ਦੀ ਉਮਰ 55 ਸਾਲ ਹੋ ਜਾਂਦੀ ਆ ਤਾਂ ਉਸ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਆ। ਪਰ ਅਫਸੋਸ ਹੈ ਕਿ ਸਾਡੇ ਤਾਂ ਇੱਥੇ ਹੁਣ 60 ਸਾਲ ਤੋਂ ਵੱਧ ਉਮਰ ਦੇ ਕਿਸਾਨ ਵੀ ਖੇਤਾਂ 'ਚ ਕੰਮ ਕਰਦੇ, ਉਹਨਾਂ ਦੇ ਲਈ ਕੋਈ ਪੈਨਸ਼ਨ ਨਹੀਂ। ਸਾਰੀ ਉਮਰ ਅੰਨਦਾਤੇ ਨੇ ਇਸ ਮੁਲਕ ਦਾ ਢਿੱਡ ਭਰਨ ਦੇ ਲਈ ਅਨਾਜ ਉਗਾਇਆ, ਮਿਹਨਤ ਕੀਤੀ, ਸਿਰਫ ਉਹਨੂੰ ਇੱਕ ਮੁੱਲ ਹੀ ਮਿਲਿਆ, ਹੋਰ ਕੋਈ ਨਹੀਂ ਉਹਨੂੰ ਫਾਇਦਾ ਹੋਇਆ। ਸੋ ਇਸ ਕਰਕੇ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਨੇ ਕਿ ਉਹ ਪੂਰੀਆਂ ਕੀਤੀਆਂ ਜਾਣ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਕਿਸਾਨਾਂ 'ਤੇ ਕੇਸ ਬਣਾਏ ਗਏ ਸੀਗੇ ਜਦੋਂ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀਗਾ, ਉਹ ਕੇਸ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤਾਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਅਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤੇ ਜਾਣ। ਇਸ ਤੋਂ ਇਲਾਵਾ ਸਬਜ਼ੀਆਂ, ਮੱਕੀ, ਮੂੰਗੀ, ਗੰਨਾ ਅਤੇ ਹੋਰ ਫਸਲਾਂ ਦੀ MSP ਉੱਤੇ ਖਰੀਦ ਯਕੀਨੀ ਬਣਾਉਣ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਬਕਾਇਆ ਜਾਰੀ ਕਰਨ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਦੇ ਮਾਮਲਿਆਂ ਨੂੰ ਉਭਾਰਿਆ ਜਾਵੇਗਾ। ਇਸ ਮੋਰਚੇ ਦੇ ਵਿੱਚ ਜਿਹੜਾ ਹੁਣ ਦੁਬਾਰਾ ਲੱਗਣ ਜਾ ਰਿਹਾ ਆ। ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗ ਪੱਤਰ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਜਾਵੇਗਾ ਤੇ ਇਹ ਹੁਣ ਇੱਕ ਹੋਰ ਜੋ ਵੱਡਾ ਮੋਰਚਾ ਆ ਉਹ ਹੁਣ ਲੱਗਣ ਦੀ ਤਿਆਰੀ ਵਿੱਚ ਆ। ਔਰ ਰਾਜਧਾਨੀਆਂ ਜਿਹੜੀਆਂ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ, ਉੱਥੇ ਕਿਸਾਨ ਜਥੇਬੰਦੀਆਂ ਇਹ ਕੋਸ਼ਿਸ਼ ਕਰਨਗੀਆਂ। ਜੇ ਅੱਗੇ 32 ਕਿਸਾਨ ਜਥੇਬੰਦੀਆਂ ਨੇ ਗੋਡੇ ਨਵਾ ਦਿੱਤੇ ਆ। ਇਹ ਵੱਖਰੀ ਗੱਲ ਆ ਕਿ ਸਰਕਾਰ ਆਪਦੀ ਵਾਅਦਾ ਜਿਹੜੀ ਆ ਉਹ ਖਿਲਾਫੀ ਕਰਕੇ ਬੈਠੀ ਆ। ਜਿਹੜੇ ਵਾਅਦੇ ਕੀਤੇ ਸੀ ਉਸ ਤੋਂ ਮੁਨੱਕਰ ਹੋਈ ਆ, ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਕਰਕੇ ਸੰਘਰਸ਼ ਦੇ ਰਾਹ ਟੁਰਨ ਦੇ ਉੱਤੇ ਕਿਸਾਨ ਫਿਰ ਮਜਬੂਰ ਆ। ਔਰ ਜਦੋਂ ਇਹ ਮੋਰਚਾ ਖਤਮ ਹੋਇਆ ਸੀ ਉਸ ਵੇਲੇ ਵੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਮੋਰਚਾ ਵਾਪਸ ਚੁੱਕਿਆ ਆ, ਹਟਾਇਆ ਨਹੀਂਗਾ, ਵਾਪਸ ਚੁੱਕਿਆ ਹੀ ਆ, ਸਾਜੋ ਸਮਾਨ ਹੀ ਚੁੱਕਿਆ ਆ। ਇਹ ਮੋਰਚਾ, ਇਹ ਸੰਘਰਸ਼ ਤਾਂ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਤੋ ਇਸ ਕਰਕੇ ਉਹੀ ਗੱਲ ਕਿਸਾਨਾਂ ਦੇ ਮਨਾਂ ਦੇ ਵਿੱਚ ਕਿਤੇ ਹੈ ਆ ਕਿ ਜਿਹੜਾ ਸੰਘਰਸ਼ ਆ ਉਹ ਖਤਮ ਨਹੀਂ ਕੀਤਾ, ਬਸ਼ਰਤੇ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਕਰਕੇ ਇਹ ਦੁਬਾਰਾ ਜਿਹੜਾ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਵਿੱਚ ਨੇ। ਤੇ ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੋਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 26 ਤੋਂ 28 ਨਵੰਬਰ ਤੱਕ ਦਿੱਤੇ ਜਾ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਦੀ ਹਮਾਇਤ ਦਾ ਐਲਾਨ ਕੀਤਾ ਆ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ 5 ਜਥੇਬੰਦੀਆਂ ਦੇ ਆਗੂਆਂ ਦੀ ਵਰਚੁਅਲ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਆ ਕਿ ਜਥੇਬੰਦੀਆਂ 26 ਤੋਂ 28 ਨਵੰਬਰ ਦੇ ਪ੍ਰੋਗਰਾਮ ਵਿੱਚ ਸੰਕੇਤਕ ਸ਼ਮੂਲੀਅਤ ਕਰਨਗੀਆਂ। ਔਰ ਜੇ ਹਕੂਮਤਾਂ ਨੇ ਇਹ ਮੰਗਾਂ ਨਾ ਮੰਨੀਆਂ, ਹੁਣ ਤੱਕ ਵੀ ਕੇਂਦਰੀ ਹਕੂਮਤ ਅੜੀ ਰਹੀ, ਤਾਂ ਇਸ ਦਾ ਉਹਨੂੰ ਸਿੱਟੇ ਭੁਗਤਣੇ ਪੈਣਗੇ ਆਉਣ ਵਾਲੇ ਇਲੈਕਸ਼ਨਾਂ ਵਿੱਚ, ਲੋਕ ਸਭਾ ਦੀਆਂ ਚੋਣਾਂ ਵਿੱਚ, ਅਗਾਂਹ ਫਿਰ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣਗੀਆਂ 2026 'ਚ, ਇਹ ਨਤੀਜੇ ਭਾਜਪਾ ਨੂੰ ਖਾਸ ਤੌਰ 'ਤੇ ਭੁਗਤਣੇ ਪੈਣਗੇ ਜਿਸ ਨੇ ਵਾਅਦਾ ਕਰਕੇ ਉਸ ਦੇ ਉੱਤੇ ਦੁਬਾਰਾ ਕਿਸਾਨਾਂ ਦੀ ਬਾਣੀ ਫੜੀ ਔਰ ਵਾਅਦਾ ਖਿਲਾਫੀ ਕੀਤੀ ਆ। ਇਸ ਕਰਕੇ ਹੁਣ ਇੱਕ ਵਾਰੀ ਤਾਂ ਸੰਕੇਤਕਾਰ ਨਹੀਂ ਤਾਂ ਫਿਰ ਇੱਕ ਵੱਡਾ ਮੋਰਚਾ ਜਿਹੜਾ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਔਰ ਇਸ ਤੋਂ ਪਹਿਲਾਂ ਕਿ ਪਹਿਲਾਂ ਤਰ੍ਹਾਂ ਫਿਰ ਉਸੇ ਤਰ੍ਹਾਂ ਦੀ ਸਥਿਤੀ ਬਣ ਜਾਵੇ, ਹਕੂਮਤ ਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ, ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ। ਉਹਨਾਂ ਨਾਲ ਕੀਤੇ ਹੋਏ ਜਿਹੜੇ ਵਾਅਦੇ ਆ ਉਹ ਵਾਅਦਾ ਖਿਲਾਫੀ ਦੀ ਬਜਾਏ ਉਹ ਵਾਅਦੇ ਵਫਾ ਕਰਨੇ ਚਾਹੀਦੇ ਆ, ਤਾਂ ਜਾ ਕੇ ਇਹ ਮੋਰਚੇ ਖਤਮ ਹੋਣਗੇ। ਨਹੀਂ ਤਾਂ ਅੰਨਦਾਤਾ ਇਸੇ ਤਰ੍ਹਾਂ ਹੀ ਸੜਕਾਂ ਦੇ ਉੱਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਅਗਲੀ ਖਬਰ
ਦੋ ਸਿੱਖ ਜੱਜਾਂ ਦੇ ਬਾਰੇ ਵਿੱਚ ਆ ਜਿਨ੍ਹਾਂ ਦੀ ਨਿਯੁਕਤੀ ਬਤੌਰ ਜੱਜ ਨਹੀਂ ਕੀਤੀ ਗਈ, ਜਿਸ ਕਰਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਿੱਚ ਤੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿ ਆਖਰ ਇਸ ਮੁਲਕ ਦੇ ਵਿੱਚ ਸਿੱਖਾਂ ਨੇ ਕੀ ਵਿਗਾੜਿਆ ਆ, ਸਿੱਖਾਂ ਦੇ ਨਾਲ ਹੀ ਇਹੋ ਜਿਹੀ ਧੱਕੇਸ਼ਾਹੀ ਕਿਉਂ ਆ, ਕਿਉਂ ਨਹੀਂ ਉਹਨਾਂ ਨੂੰ ਵੱਡੇ ਅਹੁਦਿਆਂ ਦੇ ਉੱਤੇ ਤੈਨਾਤ ਕੀਤਾ ਜਾਂਦਾ। ਜੇ ਗੱਲ ਹੁਣ ਤੱਕ ਦੀ ਕਰੀਏ ਤਾਂ ਸਿਰਫ ਤੇ ਸਿਰਫ ਇੱਕੋ ਇੱਕ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਰਹੇ ਆ, ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਹੇ ਆ, ਜਾਂ ਫਿਰ ਜੇ ਬੈਂਕ ਦੇ ਵੱਡੇ ਮੁਖੀ ਵੀ ਅਗਰ ਗੱਲ ਕੀਤੀ ਜਾਵੇ ਤਾਂ ਮਨਮੋਹਨ ਸਿੰਘ ਜਾਂ ਵਿੱਤ ਮੰਤਰੀ ਜਿਹੜੇ ਰਹੇ ਆ। ਔਰ ਇਸ ਮਾਮਲੇ ਵਿੱਚ ਜੇ ਇਹ ਗੱਲ ਕਰੀਏ ਤਾਂ ਉਹ ਦੋ ਅਹੁਦੇ ਗਿਣਾ ਦਿੱਤੇ ਜਾਂਦੇ ਆ। ਔਰ ਇਹੀ ਵਾਅਦੇ ਜਿਹੜੇ ਸੀਗੇ ਨਹਿਰੂ ਵੀ ਗਿਣਾਉਂਦਾ ਹੁੰਦਾ ਸੀ ਜਦੋਂ ਕੈਬਨਿਟ ਮੰਤਰੀ ਬਲਦੇਵ ਸਿੰਘ ਹੋਰਾਂ ਨੂੰ ਬਣਾਇਆ ਸੀਗਾ, ਤੇ ਉਦੋਂ ਨਹਿਰੂ ਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਿਆ ਸੀ ਤੇ ਧੋਖੇਬਾਜ਼ੀ ਕੀਤੀ ਸੀ। ਇਹ ਜੋ ਧੋਖੇਬਾਜ਼ੀ ਦੀ ਗੁੜਤੀ ਆ ਇਹ ਨਹਿਰੂ ਦੇ ਵੇਲਿਆਂ ਤੋਂ ਹੀ ਤੁਰੀ ਆ ਰਹੀ ਆ, ਜਿਸ ਦੇ ਉੱਤੇ ਹੂ-ਬ-ਹੂ ਚੱਲਦਿਆਂ ਹੋਇਆਂ ਅੱਜ ਵੀ ਉਹੀ ਜਿਹੀਆਂ ਧੱਕੇਸ਼ਾਹੀਆਂ ਸਿੱਖ ਕੌਮ ਦੇ ਨਾਲ ਕੀਤੀਆਂ ਜਾ ਰਹੀਆਂ ਨੇ। ਦੋ ਸਿੱਖ ਵਕੀਲਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੀ ਕੋਲੇਜੀਅਮ ਦੀ ਸਿਫਾਰਿਸ਼ ਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ। ਬੀਤੇ ਦਿਨ ਸੁਪਰੀਮ ਕੋਰਟ ਨੇ ਹਾਈ ਕੋਰਟ ਜੱਜਾਂ ਦੇ ਬਦਲੀ ਨੂੰ ਲੈ ਕੇ ਕੋਲੇਜੀਅਮ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰੀ ਦੇਣ 'ਚ ਕੇਂਦਰ ਸਰਕਾਰ ਵੱਲੋਂ ਕੀਤੇ ਜਾਂਦੇ ਪੱਖਪਾਤ, ਹੁਣ ਸੁਪਰੀਮ ਕੋਰਟ ਕਹਿੰਦੀ ਆ, ਦੇਸ਼ ਦੀ ਸਰਵਉੱਚ ਅਦਾਲਤ ਕਹਿੰਦੀ ਆ ਕਿ ਸਿੱਖਾਂ ਨਾਲ ਪੱਖਪਾਤ ਆ ਇਹ, ਔਰ ਇਸ ਨੂੰ ਕਹਿੰਦੇ ਪਿਕ ਐਂਡ ਚੂਜ਼ ਤੇ ਫਿਕਰ ਜਤਾਉਂਦਿਆਂ ਕਿਹਾ ਕਿ ਇਹ ਕੋਈ ਸ਼ੁਭ ਸੰਕੇਤ ਨਹੀਂ ਹੈ। ਮਤਲਬ ਇਹ ਹੈ ਕਿ ਘੱਟ ਗਿਣਤੀਆਂ ਨਾਲ ਜਿਹੜੀ ਧੱਕੇਸ਼ਾਹੀ ਵਾਲੀ ਗੱਲ ਘੱਟ ਗਿਣਤੀਆਂ ਕਹਿੰਦੀਆਂ ਆ ਉਹ ਵਾਕਿਆ ਹੀ ਇੱਥੇ ਸਹੀ ਹੋ ਰਹੀ ਆ ਜੋ ਕੁਛ ਇਹ ਕੀਤਾ ਜਾ ਰਿਹਾ। ਵਕੀਲ ਹਰਮੀਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਨਲਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਦਾ ਹਵਾਲਾ ਦਿੰਦੇ ਹੋਏ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਸਵਾਲ ਉਠਾਇਆ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਦੋ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਉਹ ਦੋਵੇਂ ਸਿੱਖ ਨੇ। ਅਜਿਹਾ ਕਿਉਂ ਹੋ ਰਿਹਾ, ਇਹ ਵੱਡੀ ਗੱਲ ਹੁਣ ਸੁਪਰੀਮ ਕੋਰਟ ਚੁੱਕਦੀ ਆ। ਜੇ ਕੋਈ ਸਿੱਖ ਚੁੱਕੂਗਾ ਤੇ ਉਹਨੂੰ ਕਹਿਣਗੇ ਜੀ ਇਹ ਅੱਤਵਾਦੀ ਹੈ, ਇਹ ਦੇਸ਼ ਵਿਰੋਧੀ ਹੈ, ਇਹ ਜਾਣ ਕੇ ਤੱਤੀਆਂ ਗੱਲਾਂ ਕਰਦਾ। ਪਰ ਇੱਥੇ ਜਿਹੜੀ ਸਥਿਤੀ ਆ ਉਹ ਸੁਪਰੀਮ ਕੋਰਟ ਚੁੱਕ ਰਹੀ ਆ, ਦੇਸ਼ ਦੀ ਸਰਵਉੱਚ ਅਦਾਲਤ ਚੁੱਕ ਰਹੀ ਆ ਕਿ ਅਜਿਹਾ ਕਿਉਂ ਹੋ ਰਿਹਾ। ਗਰੇਵਾਲ ਅਤੇ ਨਲਵਾ ਦੇ ਨਾਵਾਂ ਦੀ ਸਿਫਾਰਿਸ਼ ਸੁਪਰੀਮ ਕੋਰਟ ਕੋਲੇਜੀਅਮ ਨੇ 17 ਅਕਤੂਬਰ ਨੂੰ ਕੀਤੀ ਸੀ। ਉਹਨਾਂ ਤੋਂ ਇਲਾਵਾ 3 ਹੋਰ ਵਕੀਲਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਕਿਉਂਕਿ ਉਹ ਘੱਟ ਗਿਣਤੀਆਂ ਨਾਲ ਨਹੀਂ ਸੀਗੇ, ਇਸ ਕਰਕੇ ਬਈ ਉਹਨਾਂ ਨੂੰ ਦੇਣੀ ਸੀਗੀ, ਉਹ ਦੇ ਦਿੱਤੀ ਗਈ। ਉਹਨਾਂ ਤਿੰਨਾਂ ਦੇ ਨਾਵਾਂ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ, ਪਰ 2 ਦੇ ਨਾਂ ਅਜੇ ਵੀ ਅਟਕੇ ਹੋਏ ਨੇ ਤੇ ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਚੋਣ ਅਤੇ ਚੋਣ ਨੀਤੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਸਿਖਰਲੀ ਕੋਰਟ ਨੇ ਕਿਹਾ ਹੈ ਕਿ ਕੋਲੇਜੀਅਮ ਨੇ ਤਬਾਦਲੇ ਲਈ 11 ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਸੀ, ਜਿਨ੍ਹਾਂ ਵਿੱਚੋਂ 5 ਦਾ ਹੀ ਜਿਹੜਾ ਆ ਤਬਾਦਲਾ ਹੋਇਆ, ਜਦੋਂ ਕਿ 6 ਯਾਨੀ ਕਿ 4 ਗੁਜਰਾਤ ਹਾਈ ਕੋਰਟ ਅਤੇ ਇੱਕ ਇਲਾਹਾਬਾਦ ਤੇ ਦਿੱਲੀ ਅਜੇ ਵੀ ਬਕਾਇਆ ਨੇ। ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਕਿਹਾ ਕਿ ਹਾਲ ਹੀ ਵਿੱਚ ਹਾਈ ਕੋਰਟ ਦੇ ਜੱਜਾਂ ਲਈ ਕੁਝ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ। 8 ਨਾਵਾਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ। ਇਹਨਾਂ ਵਿੱਚੋਂ ਕੁਝ ਜੱਜ ਅਜਿਹੇ ਨੇ ਜੋ ਨਿਯੁਕਤ ਕੀਤੇ ਜੱਜਾਂ ਨਾਲੋਂ ਸੀਨੀਅਰ ਨੇ। ਜਸਟਿਸ ਕੌਲ ਜੋ ਸੁਪਰੀਮ ਕੋਰਟ ਕੋਲੇਜੀਅਮ ਦੇ ਮੈਂਬਰ ਵੀ ਨੇ, ਅਟਾਰਨੀ ਜਨਰਲ ਆਫ ਵੈਂਕਟਰਮਨੀ ਨੂੰ ਦੱਸਿਆ ਕਿ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਤੁਸੀਂ 5 ਜੱਜਾਂ ਦੇ ਟਰਾਂਸਫਰ ਆਰਡਰ ਜਾਰੀ ਕੀਤੇ ਨੇ, 6 ਜੱਜਾਂ ਲਈ ਤੁਸੀਂ ਆਰਡਰ ਜਾਰੀ ਨਹੀਂ ਕੀਤੇ। ਇਹਨਾਂ ਵਿੱਚੋਂ 4 ਗੁਜਰਾਤ ਦੇ ਨੇ ਤੇ ਮੈਂ ਪਿਛਲੀ ਵਾਰ ਕਿਹਾ ਸੀ ਕਿ ਜਿਸ ਨਾਲ ਚੰਗਾ ਸੰਕੇਤ ਨਹੀਂ ਜਾਵੇਗਾ। ਜੱਜ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਸਵੀਕਾਰਯੋਗ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਪਿਛਲੀ ਵਾਰ ਵੀ ਜ਼ੋਰ ਦਿੱਤਾ ਸੀ ਕਿ ਚੋਣਵੇਂ ਤਬਾਦਲੇ ਨਾ ਕਰੋ, ਇਸ ਦੇ ਆਪਣੇ ਅਸਰ ਨੇ। ਤਬਾਦਲਿਆਂ ਲਈ ਸਿਫਾਰਿਸ਼ ਕੀਤੇ ਨਾਵਾਂ 'ਚੋਂ ਪਿਕ ਐਂਡ ਚੂਜ਼ ਦੀ ਸਰਕਾਰ ਦੀ ਪਾਲਿਸੀ ਤੇ ਟਿੱਪਣੀ ਕਰਦਿਆਂ ਬੈਂਚ ਨੇ ਕਿਹਾ ਜਰਾ ਇਸ ਵੱਲ ਦੇਖੋ, ਤੁਸੀਂ ਕੀ ਸੁਨੇਹਾ ਭੇਜ ਰਹੇ ਹੋ, ਕੀ ਸੰਕੇਤ ਭੇਜ ਰਹੇ ਹੋ। ਬੈਂਚ ਜੱਜਾਂ ਦੀ ਨਿਯੁਕਤੀ ਤੇ ਤਬਾਦਲਿਆਂ ਲਈ ਸਿਫਾਰਿਸ਼ ਕੀਤੇ ਨਾਵਾਂ ਨੂੰ ਮਨਜ਼ੂਰੀ ਦੇਣ ਵਿੱਚ ਕੇਂਦਰ ਵੱਲੋਂ ਕੀਤੀ ਜਾਂਦੀ ਕਥਿਤ ਦੇਰੀ ਸਣੇ 2 ਪਟੀਸ਼ਨਾਂ ਤੇ ਸੁਣਵਾਈ ਕਰ ਰਿਹਾ ਸੀ। ਸਰਕਾਰ ਵੱਲੋਂ ਪੇਸ਼ ਵੈਂਕਟਰਮਨੀ ਨੇ ਬੈਂਚ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਤੇ ਹਫ਼ਤੇ ਜਾਂ 10 ਦਿਨਾਂ ਬਾਅਦ ਸੁਣਵਾਈ ਕਰੇ ਤੇ ਉਦੋਂ ਤੱਕ ਕਈ ਚੀਜ਼ਾਂ ਸਾਫ਼ ਹੋ ਜਾਣਗੀਆਂ। ਤਾਂ ਹੁਣ ਸੁਪਰੀਮ ਕੋਰਟ ਨੇ ਕੇਸ ਦੀ ਅਗਲੀ ਸੁਣਵਾਈ ਜਿਹੜੀ ਹੈ ਉਹ 5 ਦਸੰਬਰ ਨਿਰਧਾਰਿਤ ਕਰ ਦਿੱਤੀ ਹੈ
ਤਾਂ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਕਾਲਜੀਅਮ ਵੱਲੋਂ ਕੀਤੀਆਂ ਸਿਫਾਰਿਸ਼ਾਂ ਦੇ ਬਾਵਜੂਦ ਯੋਗ ਸਿੱਖ ਉਮੀਦਵਾਰਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਨਿਯੁਕਤ ਨਾ ਕੀਤੇ ਜਾਣ ਨੂੰ ਭਾਰਤ ਅੰਦਰ ਸਿੱਖਾਂ ਵਾਸਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੀ ਘਟਨਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਉਹਨਾਂ ਦੀ ਯੋਗਤਾ ਤੇ ਕਾਬਲੀਅਤ ਦੇ ਬਾਵਜੂਦ ਦੇਸ਼ ਦੇ ਉੱਚ ਅਹੁਦਿਆਂ ਤੇ ਨਿਯੁਕਤ ਕਰਨ ਤੋਂ ਮਿੱਥ ਕੇ ਰੋਕਣਾ ਦੇਸ਼ ਦੀ ਆਜ਼ਾਦੀ ਲਈ 80% ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਮੁੱਚੀ ਸਿੱਖ ਕੌਮ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਸਰਕਾਰ ਹਮੇਸ਼ਾ ਸਿੱਖਾਂ ਵੱਲੋਂ ਦੇਸ਼ ਦੇ ਅੰਦਰ ਉਹਨਾਂ ਨਾਲ ਇੱਕ ਘੱਟ ਗਿਣਤੀ ਕੌਮ ਹੋਣ ਕਾਰਨ ਵਿਤਕਰੇ ਕੀਤੇ ਜਾਣ ਦੇ ਇਤਰਾਜ਼ ਨੂੰ ਸਵੀਕਾਰ ਕਰਨ ਤੋਂ ਮੁਨੱਕਰ ਹੁੰਦੀਆਂ ਆ ਰਹੀਆਂ ਨੇ। ਪਰ ਹੁਣ ਤਾਂ ਦੇਸ਼ ਦੀ ਸਰਵਉੱਚ ਅਦਾਲਤ ਨੇ ਹੀ ਕੇਂਦਰ ਸਰਕਾਰ ਨੂੰ ਸਵਾਲ ਕਰ ਦਿੱਤਾ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀਆਂ ਨਿਯੁਕਤੀਆਂ ਵੇਲੇ ਕਾਲਜੀਅਮ ਵੱਲੋਂ ਕੀਤੀਆਂ ਸਿਫਾਰਿਸ਼ਾਂ ਨੂੰ ਕੇਂਦਰ ਸਰਕਾਰ ਵੱਲੋਂ ਚੋਣਵੇਂ ਆਧਾਰ ਤੇ ਲਾਗੂ ਕਰਕੇ ਜਿਨ੍ਹਾਂ ਦੋ ਉਮੀਦਵਾਰਾਂ ਨੂੰ ਅਣਡਿੱਠ ਕਰ ਦਿੱਤਾ ਗਿਆ ਆ ਉਹ ਦੋਵੇਂ ਸਿੱਖ ਨੇ। ਇਸ ਕਰਕੇ ਕੇਂਦਰ ਜਵਾਬ ਦੇਵੇ ਕਿ ਸਰਕਾਰ ਦੇ ਅਜਿਹਾ ਕਰਨ ਪਿੱਛੇ ਕੀ ਕਰਨੇ ਸਵਾਲ ਖੜਾ ਕੀਤਾ। ਤਾਂ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਭਾਰਤ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਮੌਕੇ ਸੁਪਰੀਮ ਕੋਰਟ ਦੀਆਂ ਸਿਫਾਰਿਸ਼ਾਂ ਵਿੱਚੋਂ ਦੋ ਸਿੱਖ ਉਮੀਦਵਾਰ ਵਕੀਲਾਂ ਨੂੰ ਬਾਹਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਨੂੰ ਸਿੱਖਾਂ ਨਾਲ ਵਿਤਕਰਾ ਕਰਾਰ ਦਿੰਦਿਆਂ ਆਖਿਆ ਕਿ ਕੇਂਦਰ ਸਰਕਾਰ ਦੋਹਾਂ ਜੱਜਾਂ ਦੀ ਨਿਯੁਕਤੀ ਜਿਹੜੀ ਹੈ ਉਸ ਨੂੰ ਤੁਰੰਤ ਕਰੇ। ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਤੇ ਸਖਤ ਟਿੱਪਣੀ ਕਰਨੀ ਕੇਂਦਰ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੀ ਹੈ। ਐਡਵੋਕੇਟ ਧਾਮੀ ਨੇ ਕੇਂਦਰ ਸਰਕਾਰ ਨੂੰ ਸਵਾਲ ਖੜਾ ਕੀਤਾ ਆ ਕਿ ਉਹ ਸਪਸ਼ਟ ਕਰੇ ਕਿ ਸੀਨੀਅਰ ਸਿੱਖ ਵਕੀਲਾਂ ਨੂੰ ਕਿਸ ਨੀਤੀ ਦੇ ਤਹਿਤ ਬਾਹਰ ਰੱਖਿਆ ਗਿਆ ਜਦੋਂ ਕਿ ਪੰਜਾਂ ਵਿੱਚੋਂ ਬਾਕੀ ਤਿੰਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਸਿੱਖਾਂ ਨੇ ਦੇਸ਼ ਲਈ ਮੋਹਰੀ ਹੋ ਕੇ ਹਮੇਸ਼ਾ ਯੋਗਦਾਨ ਪਾਇਆ ਪਰ ਉਹਨਾਂ ਦੇ ਹੱਕਾਂ ਨੂੰ ਅਕਸਰ ਦਬਾਉਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਪਹਿਲਾਂ ਹੀ ਦੇਸ਼ ਅੰਦਰ ਸਿੱਖ ਘੱਟ ਗਿਣਤੀ ਵਿੱਚ ਆ, ਜੇਕਰ ਉਹਨਾਂ ਦੇ ਨਾਲ ਪੱਖਪਾਤੀ ਰਵੱਈਆ ਸਰਕਾਰਾਂ ਦੀ ਨੀਤੀ ਦਾ ਬਣਦਾ ਆ ਤਾਂ ਇਸ ਤੋਂ ਵੱਡਾ ਹੋਰ ਅਨਿਆਂ ਨਹੀਂ ਹੋ ਸਕਦਾ। ਉਹਨਾਂ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਦੋ ਸਿੱਖ ਵਕੀਲਾਂ ਦੀ ਜੱਜਾਂ ਵਜੋਂ ਨਿਯੁਕਤੀ ਨਾ ਕਰਨ ਤੇ ਸਵਾਲ ਕਰਨ ਦੀ ਸ਼ਲਾਘਾ ਵੀ ਕੀਤੀ ਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਵਿਸ਼ੇਸ਼ ਤੌਰ ਤੇ ਸਿੱਖ ਜੱਜਾਂ ਦੀ ਨਿਯੁਕਤੀ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਦੋਨਾਂ ਸੂਬਿਆਂ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸਿੱਖਾਂ ਦੀ ਗਿਣਤੀ ਵੱਧ ਹੈ। ਜੇਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਸਿੱਖ ਜੱਜ ਕਾਰਜਸ਼ੀਲ ਹੁੰਦੇ ਨੇ ਤਾਂ ਇਸ ਖਿੱਤੇ ਅਤੇ ਲੋਕਾਂ ਦੇ ਮਸਲਿਆਂ ਦਾ ਸਰਲੀਕਰਨ ਚੰਗੇ ਢੰਗ ਨਾਲ ਹੋਵੇਗਾ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੱਜਾਂ ਦੀ ਨਿਯੁਕਤੀ ਸੰਬੰਧੀ ਸੁਪਰੀਮ ਕੋਰਟ ਦੀਆਂ ਸਿਫਾਰਿਸ਼ਾਂ ਨੂੰ ਹੂਬਹੂ ਲਾਗੂ ਕਰਕੇ ਸੀਨੀਅਰ ਸਿੱਖ ਵਕੀਲ ਸਰਦਾਰ ਹਰਮੀਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਨਲਵਾ ਦੀ ਨਿਯੁਕਤੀ ਕੀਤੀ ਜਾਵੇ। ਸੋ ਹੁਣ ਇਹਨਾਂ ਦੋਨਾਂ ਵਕੀਲਾਂ ਨੂੰ ਜੱਜ ਵਜੋਂ ਨਿਯੁਕਤੀ ਕਰਨ ਦੀ ਗੱਲ ਨੇ ਜ਼ੋਰ ਫੜ ਲਿਆ ਔਰ ਸਭ ਤੋਂ ਵੱਡੀ ਗੱਲ ਆ ਕਿ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਨਾ ਚਾਹੀਦਾ ਜਿਨੇ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨੂੰ ਸਵਾਲ ਖੜਾ ਕੀਤਾ ਆ ਔਰ ਚੇਤਾਵਨੀ ਦਿੱਤੀ ਆ ਔਰ ਸ਼ੁਭ ਸੰਕੇਤ ਨਾ ਹੋਣ ਦੀ ਗੱਲ ਕੀਤੀ ਆ ਔਰ ਘੱਟੋ ਘੱਟ ਚਲੋ ਇੰਨਾ ਤਾਂ ਸਹੀ ਕਿ ਇਸ ਦੇਸ਼ ਦੀ ਸਰਵਉੱਚ ਅਦਾਲਤ ਨੇ ਕੁਝ ਸਿੱਖਾਂ ਦੇ ਪੱਖ ਦੇ ਵਿੱਚ ਕੋਈ ਗੱਲ ਕੀਤੀ ਆ। ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੇ ਉੱਤੇ ਕੀ ਜਵਾਬ ਦਿੰਦਾ ਆ। ਹੁਣ ਉਹਨੇ ਜੀ ਅਗਲੀ ਖਬਰ ਬਣੀ ਰੇਤ ਮਾਫੀਆ ਬਹੁਤ ਜ਼ਿਆਦਾ ਸਰਗਰਮ ਹੈ। ਰੇਤ ਇੰਨੀ ਚੋਰੀ ਹੋ ਰਹੀ ਆ, ਇੰਨਾ ਖਨਨ ਹੋ ਰਿਹਾ ਆ, ਤੁਸੀਂ ਜਿੱਥੋਂ ਵੀ ਬਜਰੀ ਕਰਸ਼ਰ ਰੇਤ ਦਰਿਆਵਾਂ ਦੇ ਵਿੱਚੋਂ ਕੱਢੀ ਜਾ ਰਹੀ ਆ ਔਰ ਉੱਥੇ ਵੱਡੇ ਵੱਡੇ ਟੋਏ ਬਣ ਰਹੇ ਨੇ ਜੋ ਵੱਡੀਆਂ ਘਟਨਾਵਾਂ ਨੂੰ ਔਰ ਖਾਸ ਤੌਰ 'ਤੇ ਵਾਤਾਵਰਣ ਦੇ ਵਿੱਚ ਵਿਗਾੜ ਪੈਦਾ ਕਰਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਤੁਸੀਂ ਹੈਰਾਨ ਰਹੋਗੇ ਕਿ ਵਾਤਾਵਰਣ ਵਿੱਚ ਵਿਗਾੜ ਕਿਵੇਂ ਪੈਦਾ ਹੋ ਜਾਂਦਾ ਔਰ ਇਸ ਕਰਕੇ ਹੁੰਦਾ ਕਿਉਂਕਿ ਬਹੁਤ ਸਾਰੇ ਜਿਹੜੇ ਪਾਣੀਆਂ ਦੇ ਵਹਿਣ ਆ ਉਹ ਆਪਣੀ ਦਿਸ਼ਾ ਬਦਲ ਕੇ ਜੋ ਫਿਰ ਨੁਕਸਾਨ ਕਰਦੇ ਨੇ ਫਿਰ ਉਹਦਾ ਕੁਦਰਤੀ ਰੂਪ ਦੇ ਵਿੱਚ ਖੋਰਾ ਜਿਹੜਾ ਆ ਉਹ ਆਮ ਲੋਕਾਂ ਨੂੰ ਵੀ ਔਰ ਕੁਦਰਤ ਨੂੰ ਵੀ ਸਹਿਣਾ ਪੈਂਦਾ ਆ। ਪਾਣੀ ਤੋਂ ਬਾਅਦ ਕੁਦਰਤੀ ਵਸੀਲੇ ਵਜੋਂ ਰੇਤ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਉਸਾਰੀਆਂ ਲਈ ਵੱਧਦੀ ਮੰਗ ਕਾਰਨ ਇਸ ਦਾ ਅੰਨ੍ਹੇਵਾਹ ਖਨਨ ਕੀਤਾ ਜਾ ਰਿਹਾ। ਹਰ ਰੋਜ਼ ਪੂਰੇ ਦੇਸ਼ ਭਰ ਵਿੱਚ ਲੱਖਾਂ ਹੀ ਮਕਾਨਾਂ ਦੀ ਉਸਾਰੀ ਹੋ ਰਹੀ ਹੁੰਦੀ ਹੈ, ਲੱਖਾਂ ਹੀ ਜਗ੍ਹਾ ਦੇ ਉੱਤੇ ਉਸਾਰੀਆਂ ਚੱਲ ਰਹੀਆਂ ਨੇ। ਰੇਤੇ ਦੇ ਬਜਰੀ ਦੇ ਜਿਹੜੇ ਟਰੱਕਾਂ ਦੇ ਟਰੱਕ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਨੇ ਉੱਥੇ ਪੁੱਜਦੀਆਂ ਨੇ ਉਹ ਆਉਂਦਾ ਕਿੱਥੋਂ ਪਿਆ ਹੈ। ਗੱਲ ਇਹ ਸੋਚਣ ਵਾਲੀ ਹੈ। ਤਾਂ ਇਹ ਜਿਹੜਾ
ਅੰਨ੍ਹੇਵਾਹ ਖਨਨ ਹੋ ਰਿਹਾ ਹੈ। ਨਦੀਆਂ ਦਰਿਆਵਾਂ ਦੇ ਤਲਾਂ 'ਚੋਂ ਰੇਤਾ ਕੱਢੇ ਜਾਣ ਨਾਲ ਵਾਤਾਵਰਨ ਉੱਤੇ ਮਾੜਾ ਅਸਰ ਪੈ ਰਿਹਾ। ਸ਼ੁਰੂ ਤੋਂ ਹੀ ਭਵਨ ਨਿਰਮਾਣ, ਸੜਕਾਂ, ਡੈਮ ਤੇ ਬਿਲਡਿੰਗਾਂ ਦਾ ਉਸਾਰੀ ਲਈ ਰੇਤ, ਬਜਰੀ, ਗਟਕਾ ਤੇ ਪੱਥਰ ਆਦਿ ਦੀ ਵਰਤੋਂ ਹੁੰਦੀ ਰਹੀ ਹੈ। ਪੰਜਾਬ ਵਿੱਚ ਰਾਵੀ, ਬਿਆਸ ਤੇ ਸਤਲੁਜ ਦਰਿਆ ਤੇ ਘੱਗਰ ਤੇ ਸਵਾਂ ਆਦਿ ਨਦੀਆਂ ਨਾਲਿਆਂ ਤੋਂ ਲੋਕ ਇਹ ਚੀਜ਼ਾਂ ਲੈਂਦੇ ਰਹੇ ਨੇ। ਸਰਕਾਰੀ ਨਿਯਮ 8 ਫੁੱਟ ਤੱਕ ਪਟਾਈ ਖੁਦਾਈ ਦੀ ਆਗਿਆ ਦਿੰਦੇ ਆ, ਉਹ ਵੀ ਕੇਵਲ ਨਿਯਤ ਮਨਜ਼ੂਰਸ਼ੁਦਾ ਥਾਂ ਤੇ ਸਰਕਾਰੀ ਬੋਲੀ ਜਾਂ ਅਲਾਟਮੈਂਟ ਤੋਂ ਬਾਅਦ। ਹੁਣ ਗੱਲ ਇੱਥੇ ਕਰਾਂਗੇ ਕਿ ਪਿਛਲੇ ਕਰੀਬ 20 ਸਾਲ ਤੋਂ ਇਹ ਮਾਈਨਿੰਗ ਤੇ ਗੈਰ ਕਾਨੂੰਨੀ ਖਨਨ ਇੱਕ ਵੱਡਾ ਧੰਦਾ ਬਣ ਚੁੱਕਿਆ ਹੈ। ਜੇਕਰ ਸਰਕਾਰੀ ਬੋਲੀ ਵਾਲੀ ਥਾਂ ਤੇ ਕੇਵਲ 8 ਫੁੱਟ ਤੱਕ ਖੁਦਾਈ ਹੋਵੇ ਤਾਂ ਕਮਾਈ ਸਰਕਾਰੀ ਖਜ਼ਾਨੇ ਵਿੱਚ ਪੁੱਜ ਸੂਬੇ ਦੀ ਤਰੱਕੀ ਲਈ ਵਰਤੀ ਜਾ ਸਕਦੀ ਹੈ ਤੇ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਦਾਗਾ। ਪਰ ਖੁਦਾਈ ਬਾਜ਼ਾਰ ਵਿੱਚ ਰੇਤ ਬਜਰੀ ਦੀ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਹੋ ਸਕਦੀ, ਕਿਉਂਕਿ ਹਰ ਸਾਲ ਜਿਹੜੀਆਂ ਆ ਉਹ ਲੱਖਾਂ ਦੀ ਤਾਦਾਦ ਵਿੱਚ ਇੱਕ ਸੂਬੇ ਵਿੱਚ ਹੀ ਜਿਹੜੀਆਂ ਆ ਮਕਾਨਾਂ ਦੀਆਂ, ਜਿਹੜੀਆਂ ਦੁਕਾਨਾਂ ਦੀਆਂ, ਬਿਲਡਿੰਗਾਂ ਦੀਆਂ ਜਿਹੜੀਆਂ ਉਸਾਰੀਆਂ ਆ ਉਹ ਲਗਾਤਾਰ ਹੁੰਦੀਆਂ। ਕੋਈ ਦਿਨ ਇਹੋ ਜਿਹਾ ਨਹੀਂ ਜਦੋਂ ਕਦੇ ਨਾ ਕਿਤੇ ਜਿਹੜੀ ਉਸਾਰੀ ਆ ਉਹ ਨਾ ਹੁੰਦੀ ਹੋਵੇ। ਪਰ ਖੁਦਾਈ ਬਾਜ਼ਾਰ ਵਿੱਚ ਰੇਤ ਬਜਰੀ ਦੀ ਜਿਹੜੀ ਮੰਗ ਆ ਇਸ ਕਰਕੇ ਵੀ ਪੂਰੀ ਨਹੀਂ ਹੋ ਸਕਦੀ। ਜੋ ਬਾਜ਼ਾਰੀ ਮੰਗ ਨੂੰ ਪੂਰਾ ਕਰਨ ਲਈ ਹੁਣ ਫਿਰ ਜਿਹੜਾ ਖਨਨ ਮਾਫੀਆ ਆ, ਰਾਜਸੀ ਤੇ ਸਰਕਾਰੀ ਤੰਤਰ ਦੀ ਮਦਦ ਨਾਲ ਗੈਰ ਕਾਨੂੰਨੀ ਤੇ ਵਰਜਿਤ ਥਾਵਾਂ ਦੇ ਉੱਤੇ ਖੁਦਾਈ ਕਰਦਾ ਆ। ਇਹ ਹੁੰਦਾ ਪਹਿਲਾਂ ਤਾਂ ਵਰਜਿਤ ਥਾਂ ਤੇ, ਦੂਜਾ 8 ਫੁੱਟ ਦੀ ਹੱਦ ਤੋੜ 100 ਫੁੱਟ ਤੱਕ ਰੇਤ ਬਜਰੀ ਦੀ ਖੁਦਾਈ ਅੱਜ ਕੱਲ੍ਹ ਕੀਤੀ ਜਾ ਰਹੀ ਹੈ। ਇਸ ਨਾਲ ਪਾਣੀ ਪੱਧਰ ਨੀਵਾਂ ਹੋ ਕੇ ਜ਼ਮੀਨ ਬੰਜਰ ਹੋ ਰਹੀ ਹੈ, ਦਰਖਤ ਸੁੱਕ ਰਹੇ ਨੇ ਜਾਂ ਸੁੱਕ ਗਏ ਨੇ। ਇਹ ਅਸਰ ਕਿੰਨਾ ਗੰਭੀਰ ਹੈ ਇਸ ਖਨਨ ਦੀ ਰਫ਼ਤਾਰ, ਕਿਸਮ ਅਤੇ ਸੰਚਾਲਨ ਦੇ ਢੰਗ ਤਰੀਕਿਆਂ ਉੱਤੇ ਨਿਰਭਰ ਕਰਦਾ ਆ ਤੇ ਇਸ ਸੰਬੰਧੀ ਢੁਕਵੀਂ ਨੇਮਬੰਦੀ ਨਾ ਹੋਣ ਦੇ ਅਸਰ ਤਬਾਹਕੁਨ ਹੋ ਸਕਦੇ ਨੇ। ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਰੋਪੜ ਦੇ ਇੱਕ ਖੋਜ ਵਿੱਚ ਕਿਹਾ ਹੈ ਕਿ ਬਿਆਸ ਦਰਿਆ ਦੇ ਨਾਲ ਵਿਗਿਆਨਕ ਖਨਨ ਕਰਕੇ ਇਸ ਸਾਲ ਮੌਨਸੂਨ ਦੌਰਾਨ ਹੜ੍ਹਾਂ ਵੱਲੋਂ ਕੀਤੇ ਗਏ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ, ਪਰ ਅਸੀਂ ਆਪਣੀਆਂ ਆਦਤਾਂ ਤੋਂ, ਬੇਈਮਾਨੀਆਂ ਤੋਂ ਬਾਜ਼ ਨਹੀਂ ਆ ਰਹੇ। ਉਸ ਸੂਰਤ ਵਿੱਚ ਦਰਿਆ ਦੀ ਪਾਣੀ ਭੰਡਾਰਨ ਸਮਰੱਥਾ ਵੱਧ ਜਾਣੀ ਸੀ ਅਤੇ ਹੜ੍ਹਾਂ ਦੌਰਾਨ ਦਰਿਆ ਦੁਆਰਾ ਕੀਤੀ ਗਈ ਤਬਾਹੀ ਵੀ ਘੱਟ ਹੋਣੀ ਸੀ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਦਰਿਆਵਾਂ ਤੇ ਨਦੀਆਂ ਦੇ ਤਲਾਂ ਨੂੰ ਖਾਸ ਮਾਤਰਾ ਵਿੱਚ ਰੇਤ ਤੇ ਬਜਰੀ ਦੀ ਲੋੜ ਹੁੰਦੀ ਹੈ। ਇਹ ਮੌਜੂਦਗੀ ਤਲ ਤੇ ਰਹਿੰਦੇ ਬਹੁਤ ਛੋਟੇ ਜੀਵਾਂ ਤੇ ਪੌਦਿਆਂ ਨੂੰ ਜਿਉਂਦੇ ਰੱਖਣ ਵਿੱਚ ਸਹਾਈ ਹੁੰਦੀ ਹੈ ਤੇ ਦਰਿਆ ਦੇ ਵਹਿਣ ਨੂੰ ਬਰਕਰਾਰ ਰੱਖਣ ਲਈ ਵੀ ਸਹਾਈ ਹੁੰਦੀ ਹੈ। ਜੇ ਰੇਤ ਤੇ ਬਜਰੀ ਦਰਿਆਵਾਂ ਤੇ ਨਦੀਆਂ ਉੱਤੇ ਵਿਉਂਤਬੰਦੀ ਨਾਲ ਕੱਢੀ ਜਾਵੇ ਤਾਂ ਇਹ ਲਾਭਦਾਇਕ ਪ੍ਰਕਿਰਿਆ ਬਣ ਜਾਂਦੀ ਆ। ਜੇਕਰ ਅੰਨ੍ਹੇਵਾਹ ਗੈਰ ਵਿਗਿਆਨਕ ਖਨਨ ਦਰਿਆ, ਨਦੀ ਤੇ ਮਾਰੂ ਅਸਰ ਪਾਉਂਦਾ ਆ, ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਤੇਜ਼ੀ ਨਾਲ ਕੀਤੇ ਜਾ ਰਹੇ ਖਨਨ ਨਾਲ ਦਰਿਆ ਵਿੱਚ ਖਾਈਆਂ ਬਣ ਜਾਂਦੀਆਂ ਨੇ ਜੋ ਇਸ ਦੇ ਕੁਦਰਤੀ ਵਹਾਅ ਨੂੰ ਰੋਕਦੀਆਂ ਨੇ। ਦਰਿਆਵਾਂ ਵਿੱਚੋਂ ਰੇਤ ਦੇ ਟਿਕਾਊ ਖਨਨ ਸੰਬੰਧੀ ਨੀਤੀਆਂ ਬਣਾਉਣ ਲਈ ਖਨਨ ਕਾਰਨ ਪੈਣ ਵਾਲੇ ਅਸਰਾਂ ਬਾਰੇ ਵੱਧ ਤੋਂ ਵੱਧ ਡੇਟਾ ਦੀ ਲੋੜ ਹੈ। ਪੰਜਾਬ ਸਰਕਾਰ ਨੇ IIT ਨੂੰ ਮੌਨਸੂਨ ਤੋਂ ਬਾਅਦ ਦਰਿਆਵਾਂ ਦੇ ਅੰਦਰ ਅਤੇ ਉਹਨਾਂ ਦੇ ਕੰਢਿਆਂ ਉੱਤੇ ਤਲਛੱਟ ਦੇ ਜਮ੍ਹਾਂ ਹੋਣ ਵਿੱਚ ਆਈਆਂ ਤਬਦੀਲੀਆਂ ਦਾ ਮੁਲਾਂਕਣ ਕਰਨ ਵਾਸਤੇ ਆਖਿਆ ਸੀਗਾ ਔਰ ਖੋਜ ਵਿੱਚ ਖਨਨ ਸੰਬੰਧੀ ਨੇਮਬੰਦੀ ਢਾਂਚਾ ਕਾਇਮ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ, ਜਿਸ ਵਿੱਚ ਡਰੋਨਾਂ ਦੀ ਵਰਤੋਂ ਨਾਲ ਨਦੀ ਤਲ ਦਾ ਨਕਸ਼ਾ ਤਿਆਰ ਕਰਨਾ ਵੀ ਸ਼ਾਮਲ ਸੀ ਕਿ ਇਸ ਨਾਲ ਕਿਸ ਥਾਂ ਬਣੇ ਅਣਕਿਆਸੇ ਖੱਡਿਆਂ ਦਾ ਪਤਾ ਲਗਾਇਆ ਜਾ ਸਕੇਗਾ। ਇਸ ਦੇ ਨਾਲ ਹੀ ਰੇਤ ਮਾਫੀਆ ਨੂੰ ਨੱਥ ਪਾਉਣ ਉੱਤੇ ਜ਼ੋਰ ਦੇਣ ਅਤੇ ਜ਼ਮੀਨ ਦੀ ਖਰੀਦ ਵੇਚ ਦੀ ਡਿਜੀਟਾਈਜੇਸ਼ਨ ਕੀਤੇ ਜਾਣ ਦੀ ਵੀ ਤਜਵੀਜ਼ ਦਿੱਤੀ ਗਈ ਹੈ ਤਾਂ ਕਿ ਦਰਿਆਵਾਂ ਦੇ ਆਲੇ ਦੁਆਲੇ ਜ਼ਮੀਨਾਂ ਦੀ ਖਰੀਦੋ ਫਰੋਖਤ ਕੀਤੇ ਜਾਣ ਦਾ ਪਤਾ ਲਗਾਇਆ ਜਾ ਸਕੇ। ਤੇ ਇਹ ਤਜਵੀਜ਼ ਦੇਣ ਦਾ ਕਾਰਨ ਇਹ ਪ੍ਰਭਾਵ ਹੈ ਕਿ ਦਰਿਆਵਾਂ ਦੇ ਆਲੇ ਦੁਆਲੇ ਦੀ ਜ਼ਮੀਨ ਆਮ ਕਰਕੇ ਅਜਿਹੇ ਵਿਅਕਤੀ ਖਰੀਦਦੇ ਨੇ ਜਿਹੜੇ ਰੇਤ ਬਜਰੀ ਖਨਨ ਦਾ ਕਾਰੋਬਾਰ ਕਰਦੇ ਨੇ ਜਾਂ ਅਜਿਹੇ ਕਾਰੋਬਾਰੀਆਂ ਦੇ ਸਹਿਯੋਗੀ ਹੁੰਦੇ ਨੇ। ਇਹ ਕੁਛ ਨਾ ਮਤਲਬ ਸਾਰਾ ਕੁਝ ਰਲ ਮਿਲ ਕੇ ਚੱਲਦਾ ਪਿਆ ਆ। ਉਸਾਰੀਆਂ ਲਈ ਚਾਹੀਦੀ ਰੇਤ ਤੇ ਬਜਰੀ ਦੇ ਖਨਨ ਬਾਰੇ ਬੁਨਿਆਦੀ ਖੋਜ ਦੀ ਲੋੜ ਹੈ। ਵਾਤਾਵਰਨ ਸੰਭਾਲ, ਬੁਨਿਆਦੀ ਢਾਂਚੇ ਦੀ ਰਾਖੀ ਅਤੇ ਰੇਤ ਤੇ ਹੋਰ ਸਮੱਗਰੀ ਨੂੰ ਕੱਢਣ ਖਨਨ ਉੱਤੇ ਨਿਗਰਾਨੀ ਦੇ ਮੰਤਵ ਨਾਲ ਇਸ ਮੋਹਰੀ ਵਿਦਿਅਕ ਅਦਾਰੇ ਨਾਲ ਕੀਤੀ ਗਈ ਸਾਂਝ ਭਿਆਲੀ ਸਵਾਗਤਯੋਗ ਹੈ। ਰੇਤ ਤੇ ਅਜਿਹੇ ਹੋਰ ਖਣਿਜਾਂ ਦੇ ਖਨਨ ਦੀਆਂ ਵੱਧ ਸੰਭਾਵਨਾਵਾਂ ਬਾਰੇ ਦਿੱਤੇ ਜਾ ਰਹੇ ਸੁਝਾਵਾਂ ਨੂੰ
ਠਰੰਮੇ ਨਾਲ ਵਿਚਾਰਿਆ ਜਾਣਾ ਚਾਹੀਦਾ। ਇਸ ਬਾਰੇ ਹੋਰ ਖੋਜ ਦੀ ਲੋੜ ਹੈ। ਪਹਿਲਾਂ ਤਰਜੀਹ ਜਿਹੜੀ ਆ ਮੌਜੂਦਾ ਅਧਿਕਾਰਤ ਖਨਨ ਸਥਲਾਂ ਦੇ ਬਿਹਤਰ ਸੰਚਾਲਨ ਤੇ ਪ੍ਰਬੰਧ ਨੂੰ ਦਿੱਤੀ ਜਾਣੀ ਚਾਹੀਦੀ ਹੈ। ਨੀਤੀ ਦਿਸ਼ਾ ਨਿਰਦੇਸ਼ਾਂ ਤਹਿਤ ਵੱਖੋ ਵੱਖਰੇ ਖਨਨ ਸਥਲਾਂ ਵਿੱਚ ਦਰਿਆ ਦੀ ਚੌੜਾਈ ਅਤੇ ਇਸ ਦੀ ਮੁੜ ਪੂਰਤੀ ਦਰ ਜਿਹੜੀ ਆ ਦਰਿਆਵਾਂ ਦੁਆਰਾ ਪਹਾੜਾਂ ਤੋਂ ਰੇਤ ਤੇ ਬਜਰੀ ਲਿਆਉਣ ਦੀ ਰਫ਼ਤਾਰ ਨੂੰ ਧਿਆਨ ਵਿੱਚ ਰੱਖਦਿਆਂ ਢੁਕਵਾਂ ਫਾਸਲਾ ਰੱਖੇ ਜਾਣ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ। ਔਰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਕੁਝ ਜਿਹੜੇ ਮੰਤਰੀ ਆ ਉਹਨਾਂ ਦੇ ਜਿਹੜੇ ਮਹਿਕਮੇ ਬਦਲੇ ਗਏ ਨੇ ਔਰ ਇਸ ਮਾਮਲੇ ਵਿੱਚ ਵਿਰੋਧੀ ਧਿਰਾਂ ਵੀ ਖਨਨ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਉੱਤੇ ਉਂਗਲ ਚੁੱਕਦੀਆਂ ਨੇ, ਉਹਨੂੰ ਘੇਰਦੀਆਂ ਨਜ਼ਰ ਆਉਂਦੀਆਂ ਨੇ। ਸੋ ਹੁਣ ਦੇਖਦੇ ਹਾਂ ਕਿ ਆਖਰ ਕੀ ਬਣੂਗਾ। ਬਸ ਬਸ਼ਰਤੇ ਜੇ ਇਨਸਾਨ ਹਵਸ ਦੇ ਵਿੱਚ, ਲਾਲਚ ਦੇ ਵਿੱਚ ਇਸ ਤਰੀਕੇ ਖਨਨ ਕਰਨ ਨੂੰ ਨਾ ਹਟੇ ਤੇ ਇਹਦਾ ਵਾਕਿਆ ਹੀ ਖਮਿਆਜ਼ਾ ਜਿਹੜਾ ਆ ਉਹ ਦਰਿਆਵਾਂ, ਜੀਵ ਜੰਤੂਆਂ, ਵਾਤਾਵਰਣ 'ਚ ਗਿਰਦੇ ਆ ਤੇ ਫਿਰ ਖੁਦ ਮਨੁੱਖਾਂ ਨੂੰ ਭੁਗਤਣਾ ਪੈਣਾ ਆ। ਅਗਲੀ ਖਬਰ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਆ ਰਹੀ ਹੈ। ਸੁਪਰੀਮ ਕੋਰਟ ਨੇ ਇੱਕ ਗੱਲ ਕਹਿ ਦਿੱਤੀ ਆ ਤੇ ਕਿਸਾਨਾਂ ਦਾ ਪਹਿਲੀ ਤਾਂ ਗੱਲ ਉਹਨਾਂ ਨੇ ਕਿਹਾ ਕਿ ਪੱਖ ਸੁਣੇ ਬਿਨਾਂ ਹੀ ਉਹਨਾਂ ਨੂੰ ਖਲਨਾਇਕ ਬਣਾ ਦਿੱਤਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ। ਦਿੱਲੀ NCR 'ਚ ਹਵਾ ਪ੍ਰਦੂਸ਼ਣ ਅਤੇ ਗੁਆਂਢੀ ਰਾਜਾਂ 'ਚ ਪਰਾਲੀ ਸਾੜਨ ਦੇ ਮੁੱਦੇ ਤੇ ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਸੁਣਵਾਈ ਹੋਈ ਸੀਗੀ। ਸੁਪਰੀਮ ਕੋਰਟ ਨੇ ਝੋਨੇ ਦੀ ਪਰਾਲੀ ਸਾੜਨ ਕਰਕੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਤੇ ਪੈ ਰਹੇ ਅਸਰ ਨਾਲ ਜੁੜੇ ਮਸਲੇ ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਦਾ ਪੱਖ ਸੁਣੇ ਬਿਨਾਂ ਉਹਨਾਂ ਨੂੰ ਖਲਨਾਇਕ ਬਣਾ ਦਿੱਤਾ ਆ ਕਿ ਉਹ ਕਿਉਂ ਸਾੜਦੇ ਪਏ ਆ ਪਰਾਲੀ। ਸਵਾਲ ਇਹ ਖੜਾ ਹੁੰਦਾ ਆ ਕਿਉਂ ਮਜਬੂਰੀ ਬਣ ਜਾਂਦੀ ਹੈ ਕਿਸਾਨਾਂ ਦੀ ਪਰਾਲੀ ਸਾੜਨ ਵਾਲੇ ਮਾਮਲੇ ਵਿੱਚ। ਸੁਪਰੀਮ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸੂਬੇ ਵਿੱਚ ਝੋਨੇ ਦੀ ਕਾਸ਼ਤ ਦਾ ਕੋਈ ਬਦਲ ਲੱਭਿਆ ਜਾਵੇ। ਕੋਰਟ ਨੇ ਇਸ ਮੁੱਦੇ ਤੇ ਸਿਆਸੀ ਕਰਨ ਲਈ ਵੀ ਸਰਕਾਰਾਂ ਨੂੰ ਕਰੜੇ ਹੱਥੀਂ ਲਿਆਇਆ। ਬੈਂਚ ਨੇ ਦਿੱਲੀ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਖੇਤੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਕਿਉਂਕਿ ਉਹ ਦਿੱਲੀ ਤੇ ਮਾੜੇ AQI ਲਈ ਸਭ ਤੋਂ ਵੱਡਾ ਯੋਗਦਾਨ ਹੈ। ਕੋਰਟ ਨੇ ਦੋਵਾਂ ਰਾਜਾਂ ਨੂੰ ਕਿਹਾ ਕਿ ਇਹ 6 ਸਾਲਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਨਵੰਬਰ ਹੈ। ਸਮੱਸਿਆ ਦਾ ਪਤਾ ਤੇ ਇਸ ਨੂੰ ਕਾਬੂ ਕਰਨਾ ਤੁਹਾਡਾ ਕੰਮ ਹੈ। ਸੁਪਰੀਮ ਕੋਰਟ ਨੇ ਗੁਆਂਢੀ ਸੂਬੇ ਹਰਿਆਣਾ ਦੀ ਮਿਸਾਲ ਦਿੱਤੀ ਹੈ ਅਤੇ ਪੰਜਾਬ ਨੂੰ ਦਿੱਲੀ ਦੀ ਹਵਾ ਗੁਣਵੱਤਾ ਅਤੇ ਪ੍ਰਦੂਸ਼ਣ ਦੇ ਵਿਗੜ ਰਹੇ ਤੱਤਾਂ ਨੂੰ ਕਾਬੂ ਕਰਨ ਲਈ ਇਸ ਤੋਂ ਸਬਕ ਲੈਣ ਲਈ ਕਿਹਾ ਆ। ਕੋਰਟ ਨੇ ਇਸ ਗੱਲ ਦਾ ਵੀ ਨੋਟਿਸ ਲੈ ਲਿਆ ਕਿ ਪੰਜਾਬ ਦੀ ਜ਼ਮੀਨ ਹੌਲੀ-ਹੌਲੀ ਬੰਜਰ ਹੁੰਦੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਬੈਂਚ ਨੇ ਕਿਹਾ ਕਿ ਜੇਕਰ ਜ਼ਮੀਨ ਬੰਜਰ ਹੋ ਜਾਂਦੀ ਹੈ ਤਾਂ ਬਾਕੀ ਸਭ ਕੁਝ ਪ੍ਰਭਾਵਿਤ ਹੋ ਜਾਵੇਗਾ। ਸੁਣਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਪਰਾਲੀ ਸਾੜਨ ਵਾਲਿਆਂ ਤੋਂ 2 ਕਰੋੜ ਰੁਪਏ ਦਾ ਹਰਜਾਨਾ ਵਸੂਲਿਆ ਗਿਆ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਨਹੀਂ ਸਾੜਿਆ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਬੱਚੇ ਅਤੇ ਬਿਮਾਰ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਪਰਾਲੀ ਸਾੜਨ ਦਾ ਕੰਮ ਬੇਰੋਕ ਜਾਰੀ ਹੈ। ਔਰ ਜਸਟਿਸ ਸੰਜੇ ਕਿਸ਼ਨ ਕੌਲ ਨੇ ਕਿਹਾ ਕਿ ਅਜਿਹੀਆਂ ਫਸਲਾਂ ਤੇ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਰਹਿੰਦ ਖੂੰਹਦ ਨੂੰ ਸਾੜਨ ਦੀ ਲੋੜ ਨਾ ਪਵੇ ਤੇ ਪ੍ਰੋਤਸਾਹਨ MSP ਵਰਗਾ ਹੋਣਾ ਚਾਹੀਦਾ ਆ। ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ ਸੀ ਕਿ ਪੰਜਾਬ ਅਤੇ ਦਿੱਲੀ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਘੱਟ ਨੇ। ਦੂਜੇ ਗੁਆਂਢੀ ਰਾਜਾਂ UP, ਹਰਿਆਣਾ ਅਤੇ ਰਾਜਸਥਾਨ ਦਾ ਪ੍ਰਭਾਵ ਹੈ। ਇਸ ਤੇ ਅਦਾਲਤ ਨੇ ਕਿਹਾ ਕਿ ਕਿਰਪਾ ਕਰਕੇ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ। ਹੁਣ ਪੰਜਾਬ ਸਰਕਾਰ ਨੇ ਪੱਖ ਤਾਂ ਰੱਖਣਾ ਸੀ ਨਾ ਵੀ ਸਾਡੇ ਸਿਰ ਹੀ ਭਾਂਡਾ ਨਾ ਭੰਨੀ ਜਾਣ। ਇਹ ਅਦਾਲਤ ਨੇ ਮੰਨਿਆ ਕਿ ਖੇਤਾਂ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆਈ। ਤਾਂ ਦਿੱਲੀ NCR 'ਚ ਹਵਾ ਪ੍ਰਦੂਸ਼ਣ ਤੇ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਚਰਚਾ ਹੋਈ ਸੀ। ਤੇ ਹੁਣ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ MSP ਨਹੀਂ ਮਿਲਣੀ ਚਾਹੀਦੀ। ਪਹਿਲਾਂ ਵੀ ਕਦੋਂ ਦਿੱਤੀ ਜਾ ਰਹੀ ਹੈ, ਹੈਰਾਨੀ ਤਾਂ ਇਸ ਗੱਲ ਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬਿਹਾਰ ਵਿੱਚ ਕਿਸਾਨ ਪਰਾਲੀ ਨਹੀਂ ਸਾੜਦੇ ਸਗੋਂ ਫਸਲ ਹੱਥਾਂ ਨਾਲ ਵੱਢਦੇ ਆ। ਸੁਣਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਸੀ ਪਰ ਪੰਜਾਬ ਦੀ ਕੋਈ ਗੱਲ ਬਹੁਤੀ ਸੁਣੀ ਨਹੀਂ ਗਈ। ਫਿਰ ਵੀ ਤੋੜਾ ਜਿਹੜਾ ਆ ਉਹ ਪੰਜਾਬ ਸਿਰ ਝਾੜਿਆ ਗਿਆ ਆ। ਤਾਂ ਇਸ ਕਰਕੇ ਹੁਣ ਉਹਨਾਂ ਨੇ ਕਿਹਾ ਆ ਕਿ ਜਿਹੜੀ MSP ਆ ਉਹ ਬੰਦ ਕਰ ਦੇਣੀ ਚਾਹੀਦੀ ਆ। ਬਈ ਕੀ ਹੋਊਗਾ ਬਾਕੀ ਵੀ ਚੀਜ਼ਾਂ ਮੰਨੀ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਬੈਠੇ ਆ ਨਾ ਉਹਨਾਂ ਨੂੰ ਬਾਹਰ ਆ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਣਾ ਚਾਹੀਦਾ ਆ। ਅੰਦਰ ਬਹਿ ਕੇ ਫੈਸਲੇ ਤਾਂ ਬਹੁਤ ਹੋ ਜਾਂਦੇ ਆ। ਆਕਾਸ਼ ਬਾਹਰ ਆ ਕੇ ਵੀ ਦੇਖੋ। ਔਰ ਇੱਕ ਕਿਸਾਨਾਂ ਦੇ ਕੋਲੇ ਖੁੱਲੀਆਂ ਮੀਟਿੰਗਾਂ, ਖੁੱਲੇ ਜਿਹੜੇ ਆ ਚੈਨਲ ਤੁਹਾਡੇ ਖਾਸ ਤੌਰ 'ਤੇ ਗੋਦੀ ਮੀਡੀਆ ਦੇ ਇੰਨਾ ਬਕੜਵਾ ਕਰਦੇ ਆ। ਕਿਤੇ ਇਹ ਕਿਸਾਨਾਂ ਕੋਲ ਜ਼ਮੀਨੀ ਗਰਾਸ ਰੂਟ 'ਤੇ ਆ ਕੇ ਮਿਲਣ ਤਾਂ ਫਿਰ ਪਤਾ ਲੱਗੇ ਕਿ ਕਿਸਾਨਾਂ ਦੀਆਂ ਕੀ ਮਜਬੂਰੀਆਂ ਨੇ, ਕਿਉਂ ਉਹਨਾਂ ਨੂੰ ਅੱਗ ਲਾਉਣੀ ਪੈ ਰਹੀ ਆ। ਔਰ ਜੇ ਕੇਂਦਰ ਦੇ ਵੱਲੋਂ ਵਾਅਦੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਕੀਤੇ ਗਏ ਸੀਗੇ ਕਿ ਕੁਝ ਦੇਵਾਂਗੇ, ਤੇ ਜੇ ਇਹ
ਕੀਤਾ ਜਾਵੇ ਜਾਂ ਫਿਰ ਪਰਾਲੀ ਦੀਆਂ ਗੰਢਾਂ ਬਣਾ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਗਾਂਹ ਕਈ ਕਿਸਾਨ ਲਾਹਾ ਖੱਟ ਰਹੇ ਨੇ, ਜੇ ਉੱਦਾਂ ਦੀ ਸਕੀਮ ਸਾਰੇ ਕਿਸਾਨਾਂ ਨੂੰ ਦੇ ਦਿੱਤੀ ਜਾਵੇ ਤਾਂ ਕਦੇ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਊਗਾ। ਸੋ ਦੋਸਤੋ, ਇਹ ਅਸੀਂ ਚੰਦ ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕੀਤੀ, ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ।